ਜਦੋਂ ਆਪਣੇ ਗੁਰੂ ਦੀ ਵਡਿਆਈ ਕਰਨੀ ਹੋਵੇ ਨਾ, ਆਪਣਾ ਜਾਣ ਕਰਕੇ ਹਰੇਕ ਗੁਰਸਿੱਖ ਆਪਣੇ ਗੁਰੂ ਦੀ ਵਡਿਆਈ ਕਰ ਸਕਦਾ ਹੈ। ਹਰੇਕ ਇਨਸਾਨ ਨੂੰ, ਜੀਵ ਨੂੰ ਇਹ ਅਧਿਕਾਰ ਹੈ ਉਹ ਆਪਣੇ ਆਪਣੇ ਇਸ਼ਟ ਦੀ ਵਡਿਆਈ ਕਰੇ ਜਾਂ ਕਰ ਸਕਦਾ ਹੈ। ਜਿਹੜਾ ਆਪਣਾ ਹੋਇਆ ਕਰਦਾ ਉਸ ਦੀ ਵਡਿਆਈ ਤਾਂ ਅਸੀਂ ਕਰਦੇ ਹੀ ਹਾਂ, ਕਿਉਂਕਿ ਉਹ ਸਾਡਾ ਆਪਣਾ ਹੈ। ਔਰ ਆਨੰਦ ਉਦੋਂ ਆਉਂਦਾ ਹੈ ਜਦੋਂ ਕੋਈ ਬੇਗਾਨਾ ਸਾਡੇ ਗੁਰੂ ਦੀ, ਸਾਡੇ ਇਸ਼ਟ ਦੀ, ਸਾਡੇ ਪਰਮੇਸ਼ਰ ਦੀ ਵਡਿਆਈ ਕਰੇ, ਕਿਉਂਕਿ ਆਪਣਿਆਂ ਦੀ ਤੇ ਆਪਣੇ ਕਰਦੇ ਹੀ ਨੇ। ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਜੀਵਨ ਜਾਚਦੇ ਹਾਂ, ਉਦੋਂ ਇਹ ਮਹਿਸੂਸ ਹੁੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਬੜੀ ਕੀਤੀ ਹੈ। ਆਪਾਂ ਜੇ ਜ਼ਿਕਰ ਕਰੀਏ, ਗੁਰਦੇਵ ਪਾਤਸ਼ਾਹ ਜੀ ਅਜਿਹੇ ਨੇ ਜਿਨ੍ਹਾਂ ਦੀ ਕਲਮ ਉਹਨਾਂ ਦੀ ਵੀ ਚੱਲੀ ਹੈ, ਔਰ ਉਹ ਕਲਮ ਜਦੋਂ ਚੱਲੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਜਦੋਂ ਮਹਾਰਾਜ ਜੀ ਦੀ ਕਲਮ ਚੱਲੀ ਹੈ ਨਾ, ਉਦੋਂ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਹੜੀ ਗੁਰਬਾਣੀ ਦਰਜ ਹੈ ਉਹਦੇ ਵਿੱਚ ਵੀ ਉਸ ਪਰਮੇਸ਼ਰ ਦੀ ਵਡਿਆਈ ਹੈ। ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੈ ਤੇ ਗੁਰੂ ਦੀ ਵਡਿਆਈ ਹੈ। ਜਦੋਂ ਅਸੀਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਮਨ ਦੇ ਵਿੱਚ ਭੁਲੇਖਾ ਪੈਂਦਾ ਹੈ ਵੀ ਇਹ ਵੀ ਤਾਂ ਆਮ ਇਨਸਾਨਾਂ ਵਰਗੇ ਹੀ ਨੇ ਜਾਂ ਉਹਨਾਂ ਤੋਂ ਵੱਖ ਨੇ। ਜੇ ਉਹਨਾਂ ਤੋਂ ਵੱਖ ਨੇ ਤੇ ਰੱਬ ਕਿਹੋ ਜਿਹਾ ਹੋਵੇਗਾ? ਜਿਹੜੇ ਰੱਬ ਦੀ ਗੁਰੂ ਸਾਹਿਬ ਨੇ ਵਡਿਆਈ ਕੀਤੀ ਹੈ, ਗੁਰਬਾਣੀ ਦੇ ਵਿੱਚ ਵਡਿਆਈ ਹੋਈ ਹੈ, ਉਹ ਰੱਬ ਕਿਹੋ ਜਿਹਾ ਹੋਵੇਗਾ? ਤੇ ਉਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਅਸੀਂ ਗੁਰਬਾਣੀ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰੀਏ ਵੀ ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਗੁਰਬਾਣੀ ਦੇ ਵਿੱਚ ਭੱਟ ਨਲ ਜਿਹੜੇ ਨੇ ਨਾ, ਭੱਟਾਂ ਦੀ ਬਾਣੀ ਦਰਜ ਹੈ, ਉਹਦੇ ਵਿੱਚ ਬੜਾ ਸੁੰਦਰ ਫਰਮਾਨ ਕਰਦੇ ਨੇ। ਕਹਿੰਦੇ ਇਨਸਾਨ ਕੱਚਾ ਹੋਵੇ ਨਾ ਤੇ ਉਹ ਸੋਨੇ ਦੀ ਤਰ੍ਹਾਂ ਪੱਕਾ ਹੋ ਜਾਇਆ ਕਰਦਾ, ਕਿਉਂਕਿ ਸੋਨੇ ਦੀ ਕੀਮਤ ਪੈਂਦੀ ਹੈ ਇਸ ਸੰਸਾਰ ਦੇ ਵਿੱਚ, ਕੱਚ ਦੀ ਕੋਈ ਕੀਮਤ ਨਹੀਂ ਇੰਨੀ। ਕੱਚ ਹੈ ਸਾਡੇ ਕੋਲ, ਟੁੱਟ ਗਿਆ ਧੇਲੇ ਦਾ ਨਹੀਂ, ਸੋਨਾ ਟੁੱਟਿਆ ਹੋਇਆ ਫੇਰ ਵੀ ਕੀਮਤ ਦੇ ਜਾਂਦਾ ਹੈ। ਕਿਤੇ ਗਹਿਣਾ ਕੋਈ ਟੁੱਟ ਜਾਵੇ ਨਾ, ਉਹਦੀ ਕੀਮਤ ਫੇਰ ਵੀ ਜੌਹਰੀ ਪਾ ਦਿੰਦਾ ਹੈ, ਸੁਨਿਆਰਾ ਪਾ ਦਿੰਦਾ ਹੈ। ਪਰ ਜੇ ਕੱਚ ਟੁੱਟ ਗਿਆ ਨਾ, ਕੱਚ ਦੀ ਕੀਮਤ ਜਿੱਥੋਂ ਦੁਕਾਨ ਤੋਂ ਅਸੀਂ ਲਿਆਂਦਾ ਹੈ ਨਾ ਕੱਚ, ਉਹ ਵੀ ਨਹੀਂ ਕੀਮਤ ਪਾਵੇਗਾ। ਇੱਥੇ ਤੱਕ ਕਿ ਟੁੱਟੇ ਹੋਏ ਕੱਚ ਨੂੰ ਤਾਂ ਕਵਾੜੀਏ ਵੀ ਨਹੀਂ ਲੈ ਕਰਕੇ ਜਾਂਦੇ। ਸੋਨਾ ਕਿਤੇ ਮਿਲ ਜਾਵੇ, ਚਾਹੇ ਕਿਸੇ ਗਹਿਣੇ ਦਾ ਛੋਟਾ ਜਿਹਾ ਅੰਗ ਹੀ ਮਿਲ ਜਾਵੇ ਨਾ, ਉਹਦੀ ਵੀ ਕੀਮਤ ਹੈ। ਤੇ ਜਦੋਂ ਇਨਸਾਨ ਗੁਰੂ ਦੇ ਨਾਲ ਮਿਲਦਾ ਹੈ, ਗੁਰੂ ਦੀ ਬਾਣੀ ਪੜ੍ਹਦਾ ਹੈ, ਗੁਰੂ ਦੇ ਸ਼ਬਦ ਨੂੰ ਉਚਾਰਨ ਕਰਦਾ ਹੈ, ਫਿਰ ਇਨਸਾਨ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਕਿਉਂਕਿ ਰੱਬ ਹੀ ਇਹ ਬਦਲਾ ਲਿਆ ਸਕਦਾ ਹੈ। ਜੇ ਰੱਬ ਬਦਲਾ ਲਿਆ ਸਕਦਾ ਤੇ ਗੁਰੂ ਦਾ ਕਰਮ ਕੀ ਹੈ? ਭੱਟ ਨਲ ਜੀ ਉਚਾਰਨ ਕਰਦੇ ਨੇ, ਕਹਿੰਦੇ ਕਛਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਦੇਖੋ ਪੰਕਤੀ ਇੱਕ ਹੈ, ਇਹਦੇ ਵਿੱਚ ਬੋਲ ਜਿਹੜੇ ਨੇ ਨਾ ਉਹ ਮਨ ਨੂੰ ਟੁੰਬਦੇ ਨੇ। ਕਛਹੁ, ਕੱਚੋ ਕਹਿੰਦੇ ਨੇ ਕੱਚ ਨੂੰ, ਕੱਚੇ ਜਿਹੜੇ ਨੇ। ਕੰਚਨ ਭਇਓ ਕਹਿੰਦੇ ਉਹ ਸੋਨੇ ਦੇ ਵਾਂਗੂ ਪਵਿੱਤਰ ਹੋ ਗਏ। ਕਦੋਂ? ਸ਼ਬਦ ਗੁਰ ਸ਼ਰਵਣੈ ਸੁਣਿਓ। ਸ਼ਰਵਣ ਕਹਿੰਦੇ ਨੇ ਕੰਨਾਂ ਨੂੰ।
ਕਹਿੰਦੇ ਜਦੋਂ ਗੁਰੂ ਦੇ ਸ਼ਬਦ ਨੂੰ ਅਸੀਂ ਕੰਨਾਂ ਦੇ ਰਾਹੀਂ ਸੁਣ ਲਈਏ ਤੇ ਕੱਚਿਆਂ ਤੋਂ ਪੱਕੇ ਹੋ ਜਾਈਦਾ ਹੈ। ਹੁਣ ਥੋੜਾ ਜਿਹਾ ਆਪਣੇ ਬਾਰੇ ਵਿਚਾਰ ਕਰੀਏ ਵੀ ਅਸੀਂ ਗੁਰੂ ਦਾ ਸ਼ਬਦ ਸੁਣਦੇ ਹਾਂ ਕਿ ਸਿਰਫ ਗੁਰੂ ਦੇ ਦਰਸ਼ਨ ਕਰਨ ਹੀ ਆਉਂਦੇ ਹਾਂ। ਜੇ ਗੁਰੂ ਦਾ ਸ਼ਬਦ ਸੁਣਿਆ ਹੈ ਤੇ ਸਾਡੇ ਜੀਵਨ ਦੇ ਵਿੱਚ ਕੀ ਪ੍ਰਾਪਤੀ ਹੋਈ ਹੈ, ਕੀ ਅਸੀਂ ਗੁਰੂ ਦੇ ਸ਼ਬਦ ਤੋਂ ਸਿੱਖਿਆ ਲਈ ਹੈ, ਕੀ ਕੰਨਾਂ ਦੇ ਰਾਹੀਂ ਸੁਣ ਕਰਕੇ ਅਸੀਂ ਹਿਰਦੇ ਵਿੱਚ ਵਸਾਇਆ ਹੈ ਉਸ ਸ਼ਬਦ ਨੂੰ। ਤੇ ਫਿਰ ਇੰਜ ਮਹਿਸੂਸ ਹੁੰਦਾ ਹੈ ਵੀ ਉਸ ਸ਼ਬਦ ਨੂੰ ਅਸੀਂ ਵਸਾਇਆ ਕੋਈ ਨਹੀਂ, ਕਿਉਂਕਿ ਅੱਜ ਵੀ ਕੱਚੇ ਹਾਂ ਨਾ। ਸਾਨੂੰ ਆਪਣੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਭਰੋਸਾ ਨਹੀਂ। ਭਾਈ ਗੁਰਦਾਸ ਜੀ ਦੂਸਰੇ, ਇਤਿਹਾਸ ਵਿੱਚ ਭਾਈ ਗੁਰਦਾਸ ਜੀ ਜਿਹੜੇ ਨੇ ਨਾ, 4 ਭਾਈ ਗੁਰਦਾਸਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ। ਇੱਕ ਭਾਈ ਗੁਰਦਾਸ ਜੀ ਜਿਹੜੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਸਨ। ਇੱਕ ਭਾਈ ਗੁਰਦਾਸ ਜੀ ਜਿਹੜੇ ਤਾਰਾ ਸਿੰਘ ਵਾਂ ਦੇ ਪਿਤਾ ਜੀ ਹੋਏ ਨੇ। ਹੁਣ ਜਿਹੜੀ ਗੱਲ ਆਪਾਂ ਕਰਨ ਲੱਗੇ ਹਾਂ ਚੌਥੇ ਭਾਈ ਗੁਰਦਾਸ ਜੀ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਉਹਨਾਂ ਨੇ ਇੱਕ ਪੌੜੀ ਉਚਾਰਨ ਕੀਤੀ ਸੀ, 42ਵੀਂ ਪੌੜੀ ਭਾਈ ਗੁਰਦਾਸ ਜੀ ਦੀ ਉਸ ਨੂੰ ਕਿਹਾ ਜਾਂਦਾ ਹੈ। ਉਹ ਤਾਂ ਕਹਿੰਦੇ ਨੇ, ਵਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ। ਕਹਿੰਦੇ ਵਹ ਪ੍ਰਗਟਿਓ, ਉਹ ਪ੍ਰਗਟ ਹੋਇਆ ਹੈ ਕੌਣ? ਮਰਦ ਅਗੰਮੜਾ। ਅਗੰਮ ਜਿਹੜਾ ਸ਼ਬਦ ਹੈ ਨਾ, ਉਹਦੇ ਅਰਥ ਹੋਇਆ ਕਰਦੇ ਨੇ ਜਿੱਥੇ ਪਹੁੰਚ ਨਾ ਬਣਦੀ ਹੋਵੇ, ਸਾਡੀ ਪਹੁੰਚ ਤੋਂ ਬਾਹਰ ਹੋਵੇ। ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਕੀ ਦੱਸ ਸਕਦੇ ਹਾਂ, ਕੀ ਪਹੁੰਚ ਸਾਡੀ ਬਣ ਸਕਦੀ ਹੈ, ਕਿਉਂਕਿ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ। ਜੋ ਸੁਣਦੇ ਹਾਂ ਉਸ ਤੇ ਵੀ ਭਰੋਸਾ ਨਹੀਂ ਕਰਦੇ। ਅਸੀਂ ਕੱਚੇ ਹਾਂ। ਅੱਜ ਸੁਣ ਲਿਆ ਨਾ, ਆ ਪਿੱਛੇ ਗੁਰਪੁਰਬ ਅਸੀਂ ਅੱਜ ਮਨਾ ਰਹੇ ਹਾਂ। ਥੋੜੇ ਦਿਨ ਪਹਿਲੋਂ ਵੀ ਕਈ ਮੇਰੇ ਗੁਰਮੁਖ ਵੀਰਾਂ ਨੇ ਗੁਰਪੁਰਬ ਮਨਾਉਣ ਦਾ ਯਤਨ ਆਰੰਭ ਕੀਤਾ। ਲੋਕੀ ਕਿ 5 ਤਰੀਕ ਨੂੰ ਮਨਾਈ ਜਾਂਦੇ ਨੇ, ਵੀ 5 ਤਰੀਕ ਪੱਕੀ ਹੈ ਜੀ। ਪਿੱਛੇ ਜਿਹਾ ਉਹ ਇਹ ਗੱਲ ਹੋਈ ਵੀ ਸੀ ਵੀ ਇਹ ਨਾਨਕਸ਼ਾਹੀ ਕੈਲੰਡਰ ਹੈ, ਮੂਲ ਨਾਨਕਸ਼ਾਹੀ ਦੇ ਅਨੁਸਾਰ 5 ਤਰੀਕ ਜਿਹੜੀ ਉਹ ਪੱਕੀ ਹੈ। ਔਰ ਕਈਆਂ ਨੇ ਮਨਾਉਣੇ ਵੀ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਪ੍ਰਚਾਰਕ ਲੋਕ ਤੁਹਾਡੇ ਵਿੱਚ ਆਉਂਦੇ ਹਾਂ ਨਾ, ਸਾਨੂੰ ਪਹਿਲੋਂ ਵਿਦਵਾਨਾਂ ਨੂੰ ਪੜ੍ਹਨਾ ਪੈਂਦਾ ਹੈ। ਭਾਈ ਗੁਰਦਾਸ ਜੀ ਤੋਂ ਲੈ ਕਰਕੇ ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਪੈਂਦੀ ਹੈ। ਗੁਰੂ ਸਾਹਿਬ ਬਾਣੀ ਦੇ ਵਿੱਚ ਕੀ ਫਰਮਾਨ ਕਰਦੇ ਨੇ। ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਭਾਈ ਨੰਦ ਲਾਲ ਜੀ ਨੇ, ਫਿਰ ਹੋਰ ਵਿਦਵਾਨ ਜਿਹੜੇ ਬਾਅਦ ਦੇ ਵਿੱਚ ਹੋਏ, ਭਾਈ ਵੀਰ ਸਿੰਘ ਜੀ ਹੋ ਗਏ, ਗੰਡਾ ਸਿੰਘ ਜੀ ਹੋ ਗਏ, ਇਸੇ ਤਰ੍ਹਾਂ ਭਾਈ ਸਾਹਿਬ ਸਿੰਘ ਜੀ ਹੋ ਗਏ। ਤੇ ਫਿਰ ਰਹਿਤਨਾਮੇ ਜਿਹੜੇ ਨੇ, ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ, ਹੋਰ ਗੁਰਸਿੱਖਾਂ ਦੇ ਰਹਿਤਨਾਮੇ, ਭਾਈ ਚੌਪਾ ਸਿੰਘ ਦੇ ਰਹਿਤਨਾਮੇ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਤਨਾਮਿਆਂ ਦੇ ਵਿੱਚ ਕੀ ਫਰਮਾਨ ਕੀਤਾ, ਸਭ ਕੁਝ ਹੀ ਪੜ੍ਹਨਾ ਪੈਂਦਾ ਹੈ। ਤਾਂ ਜਾ ਕਰਕੇ ਇੱਕ ਗੱਲ ਜਿਹੜੀ ਤੁਹਾਡੇ ਵਿੱਚ ਲਿਆਉਨੇ ਹਾਂ। ਹੁਣ ਉਹ ਤਾਂ 5 ਤਰੀਕ ਪੱਕੀ ਕਰ ਦਿੱਤੀ ਵੀ 5 ਤਰੀਕ ਕਿਉਂ, ਨਹੀਂ ਤਾਂ ਕਹਿੰਦੇ ਸਾਲ ਦੇ ਵਿੱਚ 2-2 ਵਾਰੀ ਗੁਰਪੁਰਬ ਆ ਜਾਂਦਾ ਹੈ। ਭਲਿਓ, ਮੈਂ ਤਾਂ ਜਦੋਂ ਇਤਿਹਾਸਕਾਰਾਂ ਨੂੰ ਪੜ੍ਹਦਾ ਨਾ, ਉੱਥੇ ਪੱਕਾ ਲਿਖਿਆ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਬਾਰੇ ਪੋਹ ਸੁਦੀ 7ਵੀਂ। ਹੁਣ ਸਾਲ ਦੇ ਵਿੱਚ ਪੋਹ ਸੁਦੀ 7ਵੀਂ ਤਾਂ ਕਦੀ 2 ਵਾਰੀ ਆਉਂਦੀ ਨਹੀਂ, ਉਹ ਤਾਂ ਇੱਕੋ ਵਾਰੀ ਆਵੇਗੀ। ਸੁਦੀ ਤੇ ਬਦੀ ਜਿਹੜੇ ਨੇ ਨਾ ਮਹੀਨੇ ਵਿੱਚ ਚੱਲਦੇ ਨੇ। ਇੱਕ ਸੂਰਜ ਪੱਖ ਹੋਇਆ ਕਰਦਾ ਜਿਹਨੂੰ ਚਾਨਣਾ ਪੱਖ ਕਹਿ ਦਿੰਦੇ ਨੇ, ਚੰਦਰਮਾ ਦਾ ਪੱਖ। ਇੱਕ ਹਨੇਰ ਪੱਖ ਹੋਇਆ ਕਰਦਾ, ਮੱਸਿਆ ਤੇ ਪੂਰਨਮਾਸ਼ੀ।
ਵਦੀ ਤੇ ਸੁਦੀ ਜਿਹੜੇ ਨੇ ਨਾ ਇਸੇ ਤਰ੍ਹਾਂ ਚੱਲਦੇ ਨੇ। ਸੁਦੀ ਜਿਹੜਾ ਉਹ ਚਾਨਣਾ ਪੱਖ ਹੋਇਆ ਕਰਦਾ ਹੈ ਤੇ ਵਦੀ ਜਿਹੜੀ ਹੋਇਆ ਕਰਦੀ ਹੈ ਉਹ ਹਨੇਰਾ ਪੱਖ ਹੋਇਆ ਕਰਦਾ ਹੈ। ਤੇ ਗੁਰੂ ਸਾਹਿਬਾਂ ਦੇ ਜਿਹੜੇ ਪ੍ਰਕਾਸ਼ ਹੋਏ ਨੇ ਨਾ, ਜ਼ਿਆਦਾ ਕਰਕੇ ਜੇ ਅਸੀਂ ਸਹੀ ਤਰੀਕਾਂ ਦਾ ਅਧਿਐਨ ਕਰ ਲਈਏ ਤੇ ਸਾਰੇ ਪ੍ਰਕਾਸ਼ ਪੱਖ ਦੇ ਵਿੱਚ ਨੇ। ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਪੁੰਨਿਆ ਤੋਂ ਆਰੰਭ ਹੋਇਆ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼, ਕੱਤਕ ਦੀ ਪੂਰਨਮਾਸ਼ੀ, ਸਾਰੇ ਪ੍ਰਕਾਸ਼ ਪੱਖ ਦੇ ਪ੍ਰਕਾਸ਼ ਨੇ, ਪ੍ਰਗਟ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਰੂਪ। ਹੁਣ ਗਲਤੀ ਸਾਡੀ ਹੈ ਵੀ ਅਸੀਂ ਅੰਗਰੇਜ਼ੀ ਗੱਲ ਸਿੱਖ ਗਏ ਤੇ ਪੰਜਾਬੀ ਜਾਂ ਗੁਰਮੁਖੀ ਸਿੱਖ ਹੀ ਨਹੀਂ ਸਕੇ। ਅੰਗਰੇਜ਼ੀ ਸਿੱਖ ਗਏ ਵੀ ਫਲਾਨੀ ਤਰੀਕ ਹੈ। ਅੱਜ ਜੇ ਕਿਸੇ ਨੂੰ ਕਹਿ ਦਈਏ ਵੀ ਪੋਹ ਸੁਦੀ 7ਵੀਂ ਹੈ, ਅੱਜ ਨਹੀਂ ਪਛਾਣੇਗਾ, ਉਹ ਕਹੇਗਾ 9 ਤਰੀਕ ਹੈ। ਬੇਸ਼ੱਕ ਦਫ਼ਤਰਾਂ ਦੇ ਵਿੱਚ ਵੀ ਚੱਲਦੀ ਹੈ। ਮੈਂ ਪਿੱਛੇ ਜਿਹੇ ਤੁਹਾਡੇ ਇਲਾਕੇ ਦੇ ਵਿੱਚ ਹੀ ਪ੍ਰੋਗਰਾਮ ਕਰਨ ਦੇ ਲਈ ਆਇਆ। ਮੈਂ ਉੱਥੇ ਗੱਲ ਕਰ ਰਿਹਾ ਸੀ ਵੀ ਸਮਾਂ ਇਹੋ ਜਿਹਾ ਬਣਦਾ ਜਾ ਰਿਹਾ ਹੈ, ਅੰਗਰੇਜ਼ੀ ਆਪਣਾ ਘਰ ਜਿਹੜਾ ਹੈ ਨਾ ਗੁਰੂ ਘਰਾਂ ਦੇ ਵਿੱਚ ਕਰਦੀ ਜਾ ਰਹੀ ਹੈ। ਆਪਣਾ ਘਰ ਗੁਰੂ ਘਰਾਂ ਦੇ ਵਿੱਚ ਬਣਾਉਂਦੀ ਜਾ ਰਹੀ ਹੈ। ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਧਿਆਨ ਮਾਰ ਕਰਕੇ ਦੇਖੋ, ਆ ਪਿੱਛੇ 1 ਤਰੀਕ ਜਦੋਂ ਆਈ ਨਾ, ਸਾਡੇ ਨਿਆਣਿਆਂ ਨੇ, ਪੜ੍ਹੇ ਲਿਖੇ ਬੱਚਿਆਂ ਨੇ, ਵੱਡਿਆਂ ਨੇ, ਬਜ਼ੁਰਗਾਂ ਨੇ ਵੀ ਉੱਥੇ ਕਹਿਣਾ ਸ਼ੁਰੂ ਕਰ ਦਿੱਤਾ 1 ਤਰੀਕ ਆਉਣ ਤੋਂ ਪਹਿਲੇ ਹੈਪੀ ਨਿਊ ਈਅਰ, ਨਵਾਂ ਸਾਲ ਮੁਬਾਰਕ। ਜਦੋਂ ਹੈਪੀ ਨਿਊ ਈਅਰ ਕਿਹਾ ਤੇ ਮੈਂ ਸੋਚਿਆ ਵੀ ਹੈਪੀ ਜਿਹੜਾ ਸ਼ਬਦ ਹੈ ਨਾ, ਇਹ ਜੇ ਕਿਸੇ ਅੰਗਰੇਜ਼ ਨੂੰ ਪੁੱਛੋ ਹੈਪੀ ਦਾ ਮਤਲਬ ਕੀ ਹੈ, ਅੰਗਰੇਜ਼ੀ ਦੇ ਵਿੱਚ ਇਸ ਦਾ ਅਰਥ ਅਸੀਂ ਕਰੀਏ ਪੰਜਾਬੀ ਦੇ ਵਿੱਚ ਤੇ ਕੀ ਬਣਦਾ ਹੈ? ਹੈਪੀ ਦਾ ਮਤਲਬ ਹੋਇਆ ਕਰਦਾ ਖੁਸ਼। ਤੇ ਫਿਰ ਇੱਥੇ ਹੀ ਰੁਕੇ ਨਹੀਂ। ਹੁਣ ਸਮਾਂ ਵੱਧਦਾ ਜਾ ਰਿਹਾ ਨਾ, ਸ਼ਹਿਰਾਂ ਦੇ ਵਿੱਚ ਤਾਂ ਮੈਂ ਦੇਖਿਆ ਉੱਥੇ ਹੈਪੀ ਨਿਊ ਈਅਰ ਤਾਂ ਲੋਕ ਕਹਿੰਦੇ ਨੇ, ਹੈਪੀ ਬਰਥਡੇ ਤੋਂ ਚੱਲਿਆ ਕੰਮ। ਮੁਬਾਰਕਬਾਦ ਨਹੀਂ ਦੇਣੀ, ਇਹ ਕੋਈ ਮੁਬਾਰਕਬਾਦ ਦਾ ਸ਼ਬਦ ਥੋੜੀ ਹੈ। ਉੱਥੇ ਆ ਜਾਂਦਾ ਹੈਪੀ ਬਰਥਡੇ। ਫਿਰ ਅੱਗੇ ਆ ਗਏ ਹੁਣ ਥੋੜੇ ਦਿਨਾਂ ਤੱਕ ਸਮਾਜਿਕ ਤਿਉਹਾਰ ਆਉਣਾ ਹੈ। ਮੈਂ ਕਿਸੇ ਤਿਉਹਾਰ ਨੂੰ ਨਿਗਲੈਕਟ ਨਹੀਂ ਕਰਦਾ, ਪਰ ਹਰੇਕ ਤਿਉਹਾਰ ਗੁਰੂ ਘਰਾਂ ਦੇ ਵਿੱਚ ਨਹੀਂ ਮਨਾਇਆ ਜਾ ਸਕਦਾ। ਕੁਝ ਸਮਾਜ ਦੇ ਤਿਉਹਾਰ ਹੁੰਦੇ ਨੇ, ਕੁਝ ਗੁਰੂ ਘਰਾਂ ਦੇ ਵਿੱਚ ਗੁਰਪੁਰਬ ਮਨਾਏ ਜਾਂਦੇ ਨੇ। ਆ ਲੋਹੜੀ ਆਉਣੀ ਆ ਨਾ, ਉਹਨਾਂ ਦਿਨਾਂ ਦੇ ਵਿੱਚ ਸਾਰਿਆਂ ਨੇ ਕਹਿਣ ਲੱਗ ਪੈਣਾ ਹੈਪੀ ਲੋਹੜੀ, ਹੈਪੀ ਦੀਵਾਲੀ। ਫਿਰ ਇੱਥੋਂ ਕੰਮ ਵੱਧਦਾ ਇੱਥੇ ਤੱਕ ਆ ਗਿਆ। ਅੱਜ ਲੋਕਾਂ ਨੇ ਲਿਖ ਕਰਕੇ ਭੇਜਣਾ ਸ਼ੁਰੂ ਕਰ ਦਿੱਤਾ ਹੈਪੀ ਗੁਰਪੁਰਬ। ਤੁਸੀਂ ਧਿਆਨ ਮਾਰੋ ਕਿੱਥੇ ਜਾ ਰਹੇ ਹਾਂ ਅਸੀਂ। ਮੈਨੂੰ ਉਹ ਬੱਚਾ ਯਾਦ ਹੈ ਜਿਹੜੇ ਬੱਚੇ ਨੂੰ ਸਕੂਲ ਦੇ ਵਿੱਚ ਕਿਹਾ ਗਿਆ, ਇੰਗਲਿਸ਼ ਸਕੂਲ ਦੇ ਵਿੱਚ ਪੜ੍ਹਦਾ ਸੀ, ਵੀ ਤੂੰ ਹਰ ਸਮੇਂ ਇੱਥੇ ਸਕੂਲ ਦੇ ਵਿੱਚ ਅੰਗਰੇਜ਼ੀ ਬੋਲਣੀ। ਕਹਿੰਦਾ ਨਹੀਂ ਬੋਲਾਂਗਾ। ਟੀਚਰਾਂ ਨੇ ਕਿਹਾ ਹਰੇਕ ਕਲਾਸ ਦੇ ਵਿੱਚ ਅੰਗਰੇਜ਼ੀ ਬੋਲਣੀ। ਕਹਿੰਦਾ ਨਹੀਂ, ਅੰਗਰੇਜ਼ੀ ਵਾਲੇ ਪੀਰੀਅਡ 'ਚ ਬੋਲ ਲਵਾਂਗਾ। ਜਦੋਂ ਨਾ ਮੰਨਿਆ ਤੇ ਉਹਦੇ ਘਰਦਿਆਂ ਨੂੰ ਸੁਨੇਹਾ ਭੇਜ ਦਿੱਤਾ। ਘਰ ਦੇ ਗਏ, ਸ਼ਿਕਾਇਤ ਹੋਈ, ਘਰ ਆਇਆ ਬੱਚਾ ਤੇ ਮਾਂ ਅੱਜ ਪੁੱਛਦੀ ਹੈ, ਕਹਿੰਦੀ ਪੁੱਤਰਾ ਤੇਰੀ ਸ਼ਿਕਾਇਤ ਆਈ ਹੈ, ਤੂੰ ਇੰਗਲਿਸ਼ ਨਹੀਂ ਬੋਲਦਾ, ਅੰਗਰੇਜ਼ੀ ਨਹੀਂ ਬੋਲਦਾ। ਕਹਿੰਦਾ ਮਾਂ ਨਹੀਂ ਬੋਲਾਂਗਾ। ਕਹਿੰਦੀ ਕਿਉਂ? ਕਹਿੰਦਾ ਮਾਂ ਮੈਨੂੰ ਦੱਸ, ਤੇਰੇ ਹੁੰਦਿਆਂ ਜੇ ਮੈਨੂੰ ਕੋਈ ਕਵੇ ਆਣ ਕਰਕੇ ਵੀ ਗੁਆਂਢਣ ਨੂੰ ਮਾਂ ਕਹਿ ਤੇ ਮੈਂ ਤੇਰੇ ਹੁੰਦਿਆਂ ਮਾਂ ਉਹਨੂੰ ਕਿਵੇਂ ਕਹਿ ਸਕਾਂਗਾ? ਮਾਂ ਤਾਂ ਮੇਰੀ ਤੂੰ ਹੈ। ਇਹ ਹੋ ਸਕਦਾ ਵੀ ਮੇਰੀ ਮਾਂ ਵਰਗੀ ਹੋ ਸਕਦੀ, ਪਰ ਮਾਂ ਤਾਂ ਨਹੀਂ ਨਾ, ਮਾਂ ਤਾਂ ਤੂੰ ਹੈ। ਮੈਂ ਆਪਣੀ ਮਾਂ ਬੋਲੀ ਨੂੰ ਕਿਵੇਂ ਛੱਡ ਦਿਆਂ? ਤੇ ਸੱਚ ਜਾਣਿਓ, ਮੈਂ ਤਾਂ ਇਹ ਵੀ ਅੰਦਾਜ਼ਾ ਲਗਾਇਆ ਇਹ ਮਾਂ ਬੋਲੀ ਨਹੀਂ, ਇਹ ਸਾਡੀ ਗੁਰੂ ਬੋਲੀ ਹੈ। ਗੁਰਮੁਖੀ ਜਿਹੜੀ ਸ਼ੁਰੂ ਹੋਈ ਹੈ ਨਾ, ਉਹ ਇੱਕ ਗੁਰਮੁਖੀ ਪੰਜਾਬੀ ਹੈ ਤੇ ਇੱਕ ਸ਼ਾਹ ਬੋਲੀ ਹੈ।
ਗੁਰਮੁਖੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਦਾ ਪ੍ਰਚਾਰ ਕੀਤਾ ਸੀ, ਗੁਰਮੁਖੀ ਦੇ ਅੱਖਰਾਂ ਦਾ। ਗੁਰੂ ਨਾਨਕ ਮਹਾਰਾਜ ਜੀ ਨੇ ਆਰੰਭ ਕੀਤੇ ਅੱਖਰ, ਉਹਨਾਂ ਅੱਖਰਾਂ ਨੂੰ ਅਸੀਂ ਛੱਡਦੇ ਜਾ ਰਹੇ ਹਾਂ। ਹੁਣ ਉਹ ਬੱਚਾ ਤਾਂ ਆਪਣੀ ਮਾਂ ਨੂੰ ਜਣਾ ਦਿੱਤਾ ਵੀ ਮੈਂ ਤਾਂ ਮਾਂ ਨੂੰ ਮਾਂ ਹੀ ਕਹਾਂਗਾ, ਆਪਣੀ ਮਾਂ ਮੇਰੇ ਕੋਲ ਹੈ, ਉਨੀ ਦੇਰ ਤੱਕ ਮੈਂ ਕਿਸੇ ਦੀ ਮਾਂ ਨੂੰ ਮਾਂ ਨਹੀਂ ਕਹਿ ਸਕਦਾ। ਕਿਹੜਾ ਹੈ ਗੁਰੂ ਪਿਆਰਿਓ ਆਪਣੀ ਮਾਂ ਤੋਂ ਬਗੈਰ ਬਾਹਰਲੀਆਂ ਦੀ ਮਾਵਾਂ ਨੂੰ ਹੋਰ ਜ਼ਿਆਦਾ ਪਿਆਰ ਕਰੇ? ਠੀਕ ਹੈ, ਸਤਿਕਾਰ ਕਰਨਾ ਬਣਦਾ ਹੈ, ਸਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ, ਪਰ ਇਹ ਥੋੜ੍ਹੀ ਵੀ ਅਸੀਂ ਆਪਣੀ ਪੰਜਾਬੀ ਛੱਡ ਦਈਏ, ਬਗਾਨੀ ਮਾਂ ਦੇ ਲਈ ਅਸੀਂ ਆਪਣੀ ਮਾਂ ਨੂੰ ਹੀ ਤਿਆਗ ਦਈਏ। ਠੀਕ ਉਸੇ ਪ੍ਰਕਾਰ ਹੈ, ਅਸੀਂ ਆਪਣੇ ਮਹੀਨਿਆਂ ਨੂੰ ਯਾਦ ਨਾ ਰੱਖਣ ਦੀ ਬਜਾਏ ਅੰਗਰੇਜ਼ੀ ਤਰੀਕਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਕਹਿਣ ਲੱਗ ਪਏ ਹਾਂ ਵੀ ਹਾਂ ਸਾਲ ਦੇ ਵਿੱਚ 2 ਵਾਰੀ ਆ ਗਿਆ, ਇੱਕ ਵਾਰੀ 28 ਦਸੰਬਰ ਨੂੰ ਆ ਗਿਆ, ਇੱਕ ਵਾਰੀ 5 ਜਨਵਰੀ ਨੂੰ ਆ ਗਿਆ। ਉਹ ਗੁਰੂ ਪਿਆਰਿਓ, ਨਵਾਂ ਸਾਲ ਜਿਹੜਾ ਇਹ ਅੰਗਰੇਜ਼ ਮਨਾਉਂਦੇ ਨੇ ਨਾ, ਜਿਹੜਾ ਗੁਰੂ ਘਰਾਂ ਦੇ ਵਿੱਚ ਵੀ ਆਉਂਦਾ ਜਾ ਰਿਹਾ, ਲੋਕੀ ਗੁਰੂ ਘਰਾਂ ਦੇ ਵਿੱਚ ਕੀਰਤਨ ਕਰਨ ਲੱਗ ਪਏ ਨੇ ਰਾਤ ਨੂੰ। ਫਿਰ ਉਸ ਸਮੇਂ ਜਦੋਂ 12 ਵਜੇ ਦਿਨ ਚੜ੍ਹਦਾ ਨਾ ਨਵੇਂ ਸਾਲ ਦਾ, 1 ਤਰੀਕ, ਉਦੋਂ ਫਿਰ ਜਕਾਰੇ ਲਾਏ ਜਾਂਦੇ ਨੇ। ਮੈਂ ਕਿਹਾ ਭਲਿਆ ਤੁਸੀਂ ਕਾਹਦੇ ਲਈ ਜਕਾਰੇ ਲਾਉਂਦੇ? ਪਤਾ, ਸੰਤ ਸਿੰਘ ਮਸਕੀਨ ਬੜੇ ਤਕੜੇ ਵਿਦਵਾਨ ਹੋਏ ਨੇ, ਉਹ ਕਹਿੰਦੇ ਵੀ ਦੱਸੋ ਨਵਾਂ ਕੀ ਹੈ? ਨਵਾਂ ਕੀ ਹੈ? ਕੱਲ ਵਰਗਾ ਦਿਨ ਅੱਜ ਹੈ, ਦਿਨ ਤਾਂ ਉਹੀ ਹੈ ਨਾ, ਉਨੇ ਦਿਨ ਦੇ ਵਿੱਚ ਘੰਟੇ ਨੇ, ਉਹੋ ਜਿਹਾ ਜਲਵਾਯੂ ਹੈ, ਉਹੋ ਜਿਹਾ ਅਸੀਂ ਕੰਮ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਦਿਨ ਨਵੇਂ ਨਹੀਂ, ਰਾਤਾਂ ਨਵੀਆਂ ਨਹੀਂ। ਜੇ ਨਵਾਂ ਹੈ ਤੇ ਇਸ ਸੰਸਾਰ ਦੇ ਵਿੱਚ ਇੱਕੋ ਹੀ ਚੀਜ਼ ਨਵੀਂ ਹੈ, ਸਾਹਿਬ ਮੇਰਾ ਨੀਤ ਨਵਾਂ, ਰੋਜ਼ਾਨਾ ਹੀ ਨਵਾਂ ਮੇਰਾ ਮਾਲਕ, ਦਿਨ ਨਵੇਂ ਨਹੀਂ। ਨਵਾਂ ਸਾਲ ਮਨਾਇਆ ਤੇ ਉਸ ਦਿਨ ਕੀ ਕਿਹਾ? ਹੈਪੀ ਨਿਊ ਈਅਰ। ਕਿਉਂ? ਉਹ ਅੰਗਰੇਜ਼ਾਂ ਦਾ ਨਵਾਂ ਸਾਲ ਹੈ ਗੁਰੂ ਪਿਆਰਿਓ। ਮੈਂ ਨਹੀਂ ਕਹਿੰਦਾ ਵੀ ਸਾਨੂੰ ਭਾਈਚਾਰਕ ਸਾਂਝ ਖਤਮ ਕਰ ਦੇਣੀ ਚਾਹੀਦੀ, ਪਰ ਇਹ ਵੀ ਨਹੀਂ ਵੀ ਭਾਈਚਾਰਕ ਸਾਂਝ ਬਣਾਉਂਦੇ ਬਣਾਉਂਦੇ ਆਪਣੇ ਘਰ ਦੇ ਵਿੱਚ ਹੀ ਸਭ ਕੁਝ ਲੈ ਆਈਏ। ਉਸ ਦਿਨ ਹਜ਼ਰਤ ਈਸਾ ਦਾ ਜਨਮ ਹੋਇਆ ਸੀ, ਤਾਂ ਉਹ ਲੋਕਾਂ ਨੇ 25 ਤਰੀਕ ਨੂੰ ਜਨਮ ਹੋਇਆ ਸੀ, ਉਹਨਾਂ ਨੇ 1 ਤਰੀਕ ਤੱਕ ਜਨਮ ਦਿਨ ਦੀ ਖੁਸ਼ੀ ਮੰਨ ਲਈ ਤੇ 1 ਤਰੀਕ ਨੂੰ ਨਵਾਂ ਸਾਲ ਵੀ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਅਗਲੇ ਸਾਲ ਦੇ ਵਿੱਚ ਫਿਰ ਈਸਾ, ਹਜ਼ਰਤ ਈਸਾ ਦਾ ਜਨਮ ਦਿਨ ਆਵੇਗਾ, ਉਹ ਕਹਿੰਦੇ ਨੇ ਹੈਪੀ ਨਿਊ ਈਅਰ। ਹੁਣ ਅਸੀਂ ਉਸੇ ਨੂੰ ਲੈ ਕਰਕੇ 5 ਤਰੀਕ ਕਹਿ ਦਿੱਤੀ, 5 ਤਰੀਕ ਪੱਕੀ ਹੈ। ਗੁਰੂ ਪਿਆਰਿਓ, ਯਾਦ ਕਰਨਾ ਸ਼ੁਰੂ ਕਰੀਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 5 ਤਰੀਕ ਕਿਤੇ ਨਹੀਂ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਨਵਰੀ ਫਰਵਰੀ ਕਿਤੇ ਨਹੀਂ ਲਿਖਿਆ ਹੋਇਆ। ਹਾਂ ਲਿਖਿਆ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਲਿਖਿਆ, ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ, ਵਿਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋਹ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਮਨਾਓ, ਰੱਜ ਰੱਜ ਮਨਾਓ 5 ਜਨਵਰੀ ਨੂੰ। ਮੈਂ ਨਹੀਂ ਕਹਿੰਦਾ ਨਾ ਮਨਾਓ, ਪਰ ਇੱਕ ਗੱਲ ਹੈ, ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਦੁਰਕਾਰਨਗੀਆਂ। ਆਉਣ ਵਾਲੀਆਂ ਪੀੜ੍ਹੀਆਂ ਜਦੋਂ ਉਹਨਾਂ ਨੇ ਇਤਿਹਾਸ ਪੜ੍ਹਨਾ ਹੈ, ਇਤਿਹਾਸ ਦੇ ਵਿੱਚ ਜ਼ਿਕਰ ਆਉਣਾ, ਜਿਹਦੀਆਂ ਲਿਖਤਾਂ ਦੇ ਵਿੱਚ ਆ ਗਿਆ ਨਾ ਜੋ ਕੁਝ, ਉਹ ਸਦਾ ਵਾਸਤੇ ਟਲ ਰਹੇਗਾ। ਲਿਖਤ ਦੇ ਵਿੱਚ ਆ ਗਿਆ ਉਹ ਸੁਦੀ 7ਵੀਂ, ਉਹ ਸਦਾ ਵਾਸਤੇ ਲਿਖਿਆ ਜਾਵੇਗਾ। ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਮੈਂ ਜ਼ਿਕਰ ਕਰ ਰਿਹਾ ਸੀ ਨਾ ਵੀ ਪਹਿਲੋਂ ਇਹਨਾਂ ਨੂੰ ਪੜ੍ਹਨਾ ਪੈਂਦਾ ਹੈ ਵਿਦਵਾਨਾਂ ਨੂੰ। ਵਿਦਵਾਨਾਂ ਨੇ ਲਿਖ ਦਿੱਤਾ ਹੈ ਪੋਹ ਸੁਦੀ 7ਵੀਂ, ਤੇ ਉਹ ਪੋਹ ਸੁਦੀ 7ਵੀਂ ਰਹੇਗਾ। ਤੁਸੀਂ ਭਲੇ ਹੋ, ਇਸ ਨਗਰ ਨਿਵਾਸੀ, ਨਗਰ ਦੇ ਨਿਵਾਸੀ ਜਿੰਨੇ ਨੇ ਨਾ, ਉਹ ਵਧਾਈ ਦੇ ਪਾਤਰ ਨੇ ਵੀ ਤੁਸੀਂ ਕਮ ਸੇ ਕਮ ਇਹ ਤਾਂ ਧਿਆਨ ਰੱਖਿਆ ਨਾ, ਪੋਹ ਸੁਦੀ 7ਵੀਂ ਅਸੀਂ ਮਨਾਉਣੀ ਹੈ। ਮਨਾਓ, ਰੱਜ ਰੱਜ ਮਨਾਈਏ ਹੋਰ ਤਰੀਕਾਂ ਨੂੰ ਵੀ, ਪਰ ਇਹਨੂੰ ਨਾ ਭੁੱਲ ਜਾਈਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵਚਨ ਕਰਦੇ ਨੇ, ਕਹਿੰਦੇ ਗੁਰੂ ਕੇ ਸਿੱਖਾ, ਜੇ ਤੂੰ ਸ਼ਬਦ ਦੇ ਉੱਪਰ ਪਹਿਰਾ ਦੇਣ ਲੱਗ ਪਿਆ, ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਣਿਆ, ਤੇ ਫਿਰ ਕਹਿੰਦੇ ਕੱਚੋਂ ਕੰਚਨ ਭਇਓ, ਕੱਚਿਆਂ ਤੋਂ ਪੱਕਾ ਹੋ ਜਾਵੇਂਗਾ, ਕਿਉਂਕਿ ਗੁਰੂ ਦੀ ਇਹ ਵਡਿਆਈ ਹੈ।